Sachan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 160ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਗੁਆਰਰੀ ਮਹਿਲਾ ਤੀਜਾ, ਤੂੰ ਅਕਥ ਕਿਉ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ, ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ। ਹੇ ਪ੍ਰਮਾਤਮਾ, ਤੂੰ ਅਕਥ ਹੈ, ਤੂੰ ਕਿਸੇ ਵੀ ਤਰ੍ਹਾਂ ਦੇ ਕਥਨ ਤੋਂ ਪਰੇ ਹੈ, ਤੈਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਅਕਥ ਕਿਉਂ ਕਥਿਆ ਜਾਹੇ, ਕਿ ਤੈਨੂੰ ਕਿਵੇਂ ਬਿਆਨ ਕੀਤਾ ਜਾਵੇ। ਭਾਵ ਕਿ ਤੈਨੂੰ ਬਿਆਨ ਕਰਨਾ ਇੱਕ ਨਾਮੁਮਕਿਨ ਕਾਰਜ ਹੈ। ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ, ਜਿਹੜੇ ਇਨਸਾਨ ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜ ਕੇ ਗੁਰੂ ਦੀਆਂ ਸਿੱਖਿਆਵਾਂ ਦੇ ਲੜ ਲੱਗ ਕੇ ਆਪਣੇ ਮਨ ਨੂੰ ਮਾਰ ਲੈਂਦੇ ਹਨ, ਕਾਬੂ ਕਰ ਲੈਂਦੇ ਹਨ, ਉਹਨਾਂ ਦੇ ਮਨਾਂ ਦੇ ਵਿੱਚ ਤੂੰ ਸਮਾ ਜਾਂਦਾ ਹੈ। ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ, ਤੇਰੇ ਅਨੇਕਾਂ ਹੀ ਗੁਣ ਨੇ ਤੇ ਉਹਨਾਂ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਇਹ ਜੋ ਬਾਣੀ ਹੈ, ਇਹ ਜੋ ਸਿਫਤ ਸਲਾਹ ਹੈ ਜਿਸ ਦੀ ਹੈ, ਉਹਦੇ ਵਿੱਚ ਹੀ ਇਹਨੇ ਸਮਾਉਣਾ ਹੈ। ਇਹ ਬਾਣੀ ਵੀ ਉਸ ਪਰਮਾਤਮਾ ਦੀ ਹੈ ਤੇ ਇਹਨੇ ਸਮਾਉਣਾ ਵੀ ਉਸ ਪਰਮਾਤਮਾ ਦੇ ਵਿੱਚ ਹੀ ਹੈ। ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਓ, ਤੇਰੀ ਕਥਾ ਅਕਥ ਹੈ। ਇਹ ਗੱਲ ਸਾਨੂੰ ਗੁਰੂ ਦੇ ਸ਼ਬਦਾਂ ਨੇ ਵਿਖਾਈ ਹੈ। ਗੁਰੂ ਦੇ ਸ਼ਬਦਾਂ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਤੇਰੀ ਕਥਾ ਕਹੀ ਨਹੀਂ ਜਾ ਸਕਦੀ, ਤੈਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੀਆਂ ਸਿੱਖਿਆਵਾਂ ਤੋਂ ਵਾਂਝੇ ਲੋਕ ਉਸ ਪਰਮਾਤਮਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਉਹਦਾ ਵਿਖਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਇਸ ਪ੍ਰਕਾਰ ਦਾ ਦਿਖਦਾ ਹੈ ਜਾਂ ਉਹ ਇੰਨਾ ਵੱਡਾ ਹੈ, ਜਦਕਿ ਗੁਰੂ ਦੱਸਦਾ ਹੈ ਕਿ ਉਸ ਪਰਮਾਤਮਾ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਉਹਦਾ ਕੋਈ ਆਕਾਰ ਨਹੀਂ ਹੈ, ਉਹਦਾ ਕੋਈ ਰੂਪ ਨਹੀਂ ਹੈ, ਤੇ ਬਿਆਨ ਸਿਰਫ ਉਸੇ ਚੀਜ਼ ਨੂੰ ਕੀਤਾ ਜਾਂਦਾ ਹੈ ਜਾਂ ਉਸੇ ਸ਼ੈ ਨੂੰ ਕੀਤਾ ਜਾਂਦਾ ਜਿਹਦਾ ਕੋਈ ਆਕਾਰ ਹੋਵੇ, ਕੋਈ ਰੂਪ ਹੋਵੇ। ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਕਹਿੰਦੇ ਜਿੱਥੇ ਵੀ ਸੱਚਾ ਗੁਰੂ ਹੁੰਦਾ ਹੈ ਉੱਥੇ ਹੀ ਸਤ ਸੰਗਤ ਬਣ ਜਾਂਦੀ ਹੈ। ਇਸ ਲਈ ਸੱਚੇ ਗੁਰੂ ਦੇ ਨਾਲ ਪਿਆਰ ਪਾ ਕੇ ਉਹਨੂੰ ਆਪਣੇ ਹਿਰਦੇ ਦੇ ਵਿੱਚ ਜਗ੍ਹਾ ਦੇਣੀ ਚਾਹੀਦੀ ਹੈ। ਸੱਚੇ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਹਿਰਦਿਆਂ ਦੇ ਵਿੱਚ ਸਤ ਸੰਗਤ ਬਣ ਜਾਏ। ਜਹ ਸਤਿਗੁਰ ਸਹਿਜੇ ਹਰ ਗੁਣ ਗਾਈ, ਜਿੱਥੇ ਸੱਚਾ ਗੁਰੂ ਮੌਜੂਦ ਹੁੰਦਾ ਹੈ ਉੱਥੇ ਸਹਿਜੇ ਹੀ ਉਸ ਹਰੀ ਦੇ, ਉਸ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਜਹ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ, ਤੇ ਜਿੱਥੇ ਸੱਚਾ ਗੁਰੂ ਵਸਦਾ ਹੈ, ਜਿਹੜੇ ਹਿਰਦੇ ਦੇ ਵਿੱਚ ਸੱਚੇ ਗੁਰੂ ਦੇ ਲਈ ਥਾਂ ਹੈ, ਉੱਥੇ ਉਸ ਗੁਰੂ ਦੇ ਸ਼ਬਦਾਂ ਦੇ ਕਰਕੇ, ਉਹਦੀਆਂ ਸਿੱਖਿਆਵਾਂ ਦੇ ਕਰਕੇ ਹਉਮੈ ਜਲ ਜਾਂਦੀ ਹੈ। ਭਾਵ ਕਿ ਜਿਹੜੇ ਮਨੁੱਖ ਨੇ ਸੱਚੇ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਜਗ੍ਹਾ ਦੇ ਦਿੱਤੀ, ਸੱਚੇ ਗੁਰੂ ਦੇ ਨਾਲ ਪ੍ਰੇਮ ਪਾ ਲਿਆ, ਉਹਦੇ ਹਿਰਦੇ ਵਿੱਚ ਸਤ ਸੰਗਤ ਵਾਲਾ ਮਾਹੌਲ ਬਣ ਜਾਂਦਾ ਹੈ। ਉਹ ਸਹਿਜੇ ਹੀ ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਤੇ ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਗੁਰਮੁਖ ਸੇਵਾ ਮਹਿਲੀ ਥਾਉ ਪਾਏ, ਜਿਹੜੇ ਗੁਰਮੁਖ ਹੋ ਜਾਂਦੇ ਨੇ ਤੇ ਗੁਰੂ ਦੀ ਸੇਵਾ ਕਰਦੇ ਨੇ, ਉਹ ਪਰਮਾਤਮਾ ਦੇ ਮਹਿਲਾਂ ਦੇ ਵਿੱਚ ਥਾਂ ਪ੍ਰਾਪਤ ਕਰਦੇ ਨੇ। ਗੁਰਮੁਖ ਅੰਤਰ ਹਰ ਨਾਮ ਵਸਾਏ, ਤੇ ਉਹ ਗੁਰਮੁਖ ਮਨੁੱਖ ਆਪਣੇ ਅੰਦਰ ਹਰੀ ਦਾ ਨਾਮ, ਉਸ ਪਰਮਾਤਮਾ ਦਾ ਨਾਮ ਵਸਾ ਲੈਂਦੇ ਨੇ। ਗੁਰਮੁਖ ਭਗਤੀ ਹਰ ਨਾਮ ਸਮਾਏ, ਪਰਮਾਤਮਾ ਦੀ ਭਗਤੀ ਦੀ ਬਰਕਤ ਦੇ ਨਾਲ ਉਹ ਸਦਾ ਉਸ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਨੇ। ਆਪੇ ਦਾਤ ਕਰੇ ਦਾਤਾਰ, ਪਰ ਮਨੁੱਖ ਦੇ ਵੱਸ ਦੀ ਵੀ ਗੱਲ ਨਹੀਂ। ਜਿਸ ਮਨੁੱਖ ਦੇ ਉੱਤੇ ਉਹ ਪਰਮਾਤਮਾ ਆਪ ਮਿਹਰ ਕਰਦਾ ਹੈ, ਉਹੀ ਮਨੁੱਖ ਗੁਰਮੁਖ ਬਣਦਾ ਹੈ। ਪੂਰੇ ਸਤਿਗੁਰ ਸਿਉ ਲੱਗਾ ਪਿਆਰ, ਉਹਦਾ ਫਿਰ ਪੂਰੇ ਸਤਿਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ। ਉਹ ਮਨੁੱਖ ਫਿਰ ਸੱਚੇ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਜਗ੍ਹਾ ਦੇ ਦਿੰਦਾ ਹੈ। ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਕਹਿੰਦੇ ਹੇ ਨਾਨਕ, ਜਿਹੜੇ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਹਨ,
ਉਹਨਾਂ ਦੀ ਸਦਾ ਜੈਕਾਰ ਹੁੰਦੀ ਹੈ। ਗੌੜੀ ਗੁਆਰਰੀ ਮਹਿਲਾ ਤੀਜਾ, ਇਕ ਸਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸਹਿ ਲੰਗਾ। ਕਹਿੰਦੇ ਉਸ ਇੱਕ ਪਰਮਾਤਮਾ ਤੋਂ, ਇੱਕ ਸਤੇ ਉਸ ਇੱਕ ਪਰਮਾਤਮਾ ਤੋਂ ਹੀ ਸਾਰੇ ਪ੍ਰਕਾਰ ਦੇ ਰੂਪ ਤੇ ਰੰਗ ਪੈਦਾ ਹੋਏ ਨੇ। ਪੌਣ ਭਾਵ ਕਿ ਹਵਾ, ਪਾਣੀ ਤੇ ਵਸੰਤਰ ਭਾਵ ਅੱਗ। ਹਵਾ, ਪਾਣੀ, ਅਗਨੀ ਆਦਿ ਉਸ ਪਰਮਾਤਮਾ ਤੋਂ ਹੀ ਪੈਦਾ ਹੋਏ ਨੇ। ਸਭ ਸਹਿਲੰਗਾ, ਸਹਿਲੰਗਾ ਤੋਂ ਭਾਵ ਮਿਲੇ ਹੋਏ, ਤੇ ਇਹ ਵੱਖ-ਵੱਖ ਦਿਖਣ ਵਾਲੇ ਸਾਰੇ ਜੀਵਾਂ ਦੇ ਵਿੱਚ ਸਮਾਏ ਹੋਏ ਨੇ। ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਤੇ ਭਿੰਨ ਭਿੰਨ ਕਿਸਮਾਂ ਦੇ, ਭਿੰਨ ਭਿੰਨ ਰੰਗਾਂ ਰੂਪਾਂ ਦੇ ਇਹਨਾਂ ਸਾਰੇ ਹੀ ਜੀਵਾਂ ਨੂੰ ਉਹ ਪਰਮਾਤਮਾ ਵੇਖ ਰਿਹਾ ਹੈ। ਇਹਨਾਂ ਸਾਰੇ ਹੀ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਉਹ ਪਰਮਾਤਮਾ। ਏਕ ਅਚਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਓ। ਕਹਿੰਦੇ ਇਹ ਇੱਕ ਬੜਾ ਅਚਰਜ ਕੌਤਕ ਹੈ ਕਿ ਉਹ ਇੱਕ ਪਰਮਾਤਮਾ ਇਸ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਮੌਜੂਦ ਹੈ, ਤੇ ਇਸ ਅਚਰਜ ਕੌਤਕ ਨੂੰ ਕੋਈ ਵਿਰਲਾ ਹੀ ਮਨੁੱਖ ਵਿਚਾਰਦਾ ਹੈ, ਤੇ ਉਸ ਮਨੁੱਖ ਨੂੰ ਅਸੀਂ ਗੁਰਮੁਖ ਆਖ ਦਿੰਦੇ ਹਾਂ। ਹੁਣ ਵਿਚਾਰਨ ਤੋਂ ਭਾਵ ਸਿਰਫ ਇਹ ਨਹੀਂ ਹੈ ਕਿ ਉਸਨੇ ਸੋਚ ਲਿਆ ਤੇ ਇਹ ਗੱਲ ਆਪਣੇ ਮਨ ਦੇ ਵਿੱਚ ਪੱਕੀ ਕਰ ਲਈ ਕਿ ਹਾਂ ਪ੍ਰਮਾਤਮਾ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਵਸਦਾ ਹੈ। ਵਿਚਾਰਨ ਤੋਂ ਭਾਵ ਹੈ ਉਸ ਪ੍ਰਮਾਤਮਾ ਨੂੰ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਮਹਿਸੂਸ ਕਰਨਾ। ਇਹ ਗੱਲ ਸਿਰਫ ਅਸੀਂ ਮੰਨਣੀ ਨਹੀਂ ਹੈ ਕਿ ਪ੍ਰਮਾਤਮਾ ਹਰ ਥਾਂ ਮੌਜੂਦ ਹੈ, ਇਸ ਗੱਲ ਦੇ ਉੱਤੇ ਬਕਾਇਦਾ ਅਮਲ ਕਰਨਾ ਹੈ। ਅਸੀਂ ਕੋਈ ਵੀ ਕਾਰਜ ਕਰਦੇ ਹੋਇਆਂ ਨੇ ਇਸ ਗੱਲ ਨੂੰ ਬਕਾਇਦਾ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ, ਤੇ ਇਹਦਾ ਮੰਤਵ ਇਹ ਹੈ ਕਿ ਅਸੀਂ ਕੋਈ ਮਾੜਾ ਕੰਮ ਨਾ ਕਰੀਏ। ਜਦੋਂ ਮਾੜਾ ਕਾਰਜ ਕਰਨ ਵੇਲੇ ਅਸੀਂ ਇਹ ਸੋਚਦੇ ਹਾਂ ਕਿ ਕੋਈ ਮੈਨੂੰ ਵੇਖ ਨਹੀਂ ਰਿਹਾ, ਤਾਂ ਅਸੀਂ ਉਸ ਮਾੜਾ ਕੰਮ ਕਰਨ ਤੋਂ ਆਪਣੇ ਆਪ ਨੂੰ ਵਰਜਦੇ ਨਹੀਂ। ਤੇ ਜੇ ਇਹ ਗੱਲ ਸਾਡੇ ਜ਼ਿਹਨ ਦੇ ਵਿੱਚ ਹਮੇਸ਼ਾ ਕਾਇਮ ਰਹੇ ਕਿ ਉਹ ਪ੍ਰਮਾਤਮਾ ਹਰ ਥਾਂ ਮੌਜੂਦ ਹੈ, ਹਰ ਵਕਤ ਸਾਨੂੰ ਵੇਖ ਰਿਹਾ ਹੈ, ਤਾਂ ਅਸੀਂ ਉਹ ਮਾੜਾ ਕੰਮ ਕਰਨ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਵਰਜ ਲਵਾਂਗੇ। ਸਹਿਜ ਭਵੈ ਪ੍ਰਭ ਸਭਨੀ ਥਾਈ, ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ। ਸਹਿਜ ਭਵੈ ਤੋਂ ਭਾਵ ਕਿ ਉਹ ਪਰਮਾਤਮਾ ਸਹਿਜ ਭਾਵ ਵਾਲਾ ਹੈ, ਆਤਮਕ ਅਡੋਲਤਾ ਦੇ ਵਿੱਚ ਟਿਕਿਆ ਹੋਇਆ ਹੈ, ਤੇ ਇਦਾਂ ਹੀ ਟਿਕਿਆ ਹੋਇਆ ਉਹ ਸਭ ਥਾਈਂ ਸਮਾਇਆ ਹੋਇਆ ਹੈ, ਸਭ ਥਾਵਾਂ ਤੇ ਵਿਆਪਕ ਹੈ। ਕਿਤੇ ਉਹ ਗੁਪਤ ਰੂਪ ਦੇ ਵਿੱਚ ਹੈ ਤੇ ਕਿਤੇ ਉਹ ਪ੍ਰਗਟ ਰੂਪ ਦੇ ਵਿੱਚ ਹੈ। ਇਹ ਜੀਵਨ ਖੇਡ ਜੋ ਹੈ ਉਸ ਪਰਮਾਤਮਾ ਨੇ ਹੀ ਬਣਾਈ ਹੋਈ ਹੈ। ਆਪੇ ਸੁੱਤਿਆਂ ਦੇ ਜਗਾਈ, ਜਿਹੜੇ ਮਾਇਆ ਦੀ ਨੀਂਦੇ ਸੁੱਤੇ ਹੋਏ ਮਨੁੱਖ ਨੇ ਉਹਨਾਂ ਨੂੰ ਵੀ ਉਹ ਆਪ ਹੀ ਜਗਾਉਂਦਾ ਹੈ। ਕਈ ਵਾਰ ਹੁੰਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਫਲਾਣੇ ਇਨਸਾਨ ਦਾ ਹਿਰਦੇ ਪਰਿਵਰਤਨ ਹੋ ਗਿਆ, ਕਿ ਉਹ ਪਹਿਲਾਂ ਬੜਾ ਮਾਇਆ ਕਰਦਾ ਸੀ ਜਾਂ ਪਹਿਲਾਂ ਬੜੇ ਮਾੜੇ ਕੰਮ ਕਰਦਾ ਸੀ ਤੇ ਅੱਜ ਕੱਲ੍ਹ ਉਹ ਚੰਗੇ ਕੰਮ ਕਰਨ ਲੱਗ ਪਿਆ, ਉਹਨੂੰ ਸੋਝੀ ਆ ਗਈ ਹੈ। ਉਹ ਸੋਝੀ ਸਾਡੀਆਂ ਇਨਸਾਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਕਰਕੇ ਨਹੀਂ ਆਉਂਦੀ। ਅਸੀਂ ਇਨਸਾਨ ਸਿਰਫ ਜ਼ਰੀਆ ਬਣਦੇ ਹਾਂ ਕਿਸੇ ਨੂੰ ਸਮਝਾਉਣ ਦਾ, ਪਰ ਅਸਲੀ ਸੋਝੀ ਜੋ ਹੈ ਉਹ ਪਰਮਾਤਮਾ ਆਪ ਹੀ ਬਖਸ਼ਦਾ ਹੈ ਮਨੁੱਖ ਨੂੰ। ਜਿੰਨਾ ਚਿਰ ਇਨਸਾਨ ਨੇ ਨਹੀਂ ਸਮਝਣਾ ਕੋਈ ਮਾੜੇ ਕੰਮ ਕਰਦਾ ਪਿਆ ਹੈ, ਉਹਨੇ ਮਾੜੇ ਕੰਮ ਕਰਨੋਂ ਨਹੀਂ ਹਟਣਾ, ਉਨਾ ਚਿਰ ਉਹਨੇ ਨਹੀਂ ਹੀ ਹਟਣਾ। ਕੋਈ ਦੂਜਾ ਇਨਸਾਨ ਭਾਵੇਂ ਉਹਨੂੰ ਲੱਖ ਸਮਝਾ ਲਵੇ, ਪਰ ਜਦੋਂ ਕਦੇ ਪਰਮਾਤਮਾ ਦੀ ਉਹਦੇ ਉੱਪਰ ਮਿਹਰ ਹੋ ਗਈ ਤਾਂ ਉਹਦੇ ਆਪਣੇ ਅੰਦਰੋਂ ਹੀ ਆਵਾਜ਼ ਆਉਂਦੀ ਹੈ ਕਿ ਜੋ ਤੂੰ ਕਰ ਰਿਹਾ ਹੈ ਉਹ ਗਲਤ ਹੈ, ਤੇ ਫਿਰ ਉਹਨੂੰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ। ਜਾਣੀ ਕਿਸੇ ਇਨਸਾਨ ਨੂੰ ਉਹਦੇ ਕੋਲ ਜਾ ਕੇ ਉਹਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ, ਉਹ ਆਪ ਹੀ ਸਮਝ ਕੇ ਆਪ ਹੀ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਵਰਜ ਲੈਂਦਾ ਹੈ। ਪਰ ਇਸ ਪ੍ਰਕਾਰ ਦੀ ਨੀਂਦੇ ਸੁੱਤੇ ਹੋਏ ਇਨਸਾਨਾਂ ਨੂੰ ਉਹ ਪ੍ਰਮਾਤਮਾ ਆਪ ਜਗਾਉਂਦਾ ਹੈ। ਤਰਾਸਦੀ ਦੀ ਗੱਲ ਇਹ ਹੈ ਕਿ ਸਾਰੇ ਦੇ ਸਾਰੇ ਇਨਸਾਨ ਨਹੀਂ ਜਾਗ ਪਾਉਂਦੇ। ਬਥੇਰੇ ਇਨਸਾਨ ਸਾਰੀ ਜ਼ਿੰਦਗੀ ਸੁੱਤਿਆਂ ਹੀ ਲੰਘਾ ਦਿੰਦੇ ਨੇ, ਅਗਿਆਨਤਾ ਵਿੱਚ ਹੀ ਲੰਘਾ ਦਿੰਦੇ ਨੇ। ਅੱਗੇ ਵੱਧਦੇ ਹਾਂ। ਤਿਸ ਕੀ ਕੀਮਤ ਕਿਨੈ ਨਾ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ। ਕਹਿੰਦੇ ਹਰ ਕੋਈ ਉਸ ਪ੍ਰਮਾਤਮਾ ਦਾ ਕਥਨ ਕਹਿ ਰਿਹਾ ਹੈ, ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹਦੀ ਕੀਮਤ ਕਿਸੇ ਕੋਲੋਂ ਵੀ ਪਾਈ ਨਹੀਂ ਗਈ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ। ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਆਪਣਾ ਮਨ ਜੋੜਦਾ ਹੈ
ਉਹ ਉਸ ਪਰਮਾਤਮਾ ਨੂੰ ਸਮਝ ਜ਼ਰੂਰ ਲੈਂਦਾ ਹੈ। ਬਿਆਨ ਕਰਨ ਦੇ ਵਿੱਚ, ਉਹਨੂੰ ਬਿਆਨ ਕਰਨ ਦੇ ਵਿੱਚ ਤੇ ਉਹਨੂੰ ਸਮਝਣ ਦੇ ਵਿੱਚ ਫਰਕ ਹੈ। ਉਹਨੂੰ ਬਿਆਨ ਕਰਨਾ ਭਾਵ ਕੋਸ਼ਿਸ਼ਾਂ ਕਰਨੀਆਂ, ਉਹਨੂੰ ਦਰਸਾਉਣ ਦੀਆਂ ਕਿ ਉਹ ਇਸ ਪ੍ਰਕਾਰ ਦਾ ਹੈ, ਉਹ ਇਹ ਕੁਝ ਕਰਨ ਦੇ ਯੋਗ ਹੈ, ਤੇ ਉਹਨੂੰ ਸਮਝ ਲੈਣਾ ਭਾਵ ਕਿ ਉਹਦੇ ਨਾਲ ਸਾਂਝ ਪਾ ਲੈਣੀ, ਉਹਦੇ ਨਾਲ ਇੱਕ ਰਾਬਤਾ ਕਾਇਮ ਕਰ ਲੈਣਾ, ਉਹਨੂੰ ਹਰ ਥਾਂ ਆਪਣੇ ਨਾਲ ਮਹਿਸੂਸ ਕਰਨਾ, ਉਹ ਹੈ ਉਹਨੂੰ ਸਮਝ ਲੈਣਾ, ਜਿਹੜਾ ਕਿ ਗੁਰੂ ਦੇ ਸ਼ਬਦਾਂ ਵਿੱਚ ਜੁੜ ਕੇ ਅਸੀਂ ਹਾਸਲ ਕਰ ਸਕਦੇ ਹਾਂ। ਸੁਣ ਸੁਣ ਵੇਖੈ ਸ਼ਬਦ ਮਿਲਾਏ, ਉਹ ਪਰਮਾਤਮਾ ਸਾਰੇ ਜੀਵਾਂ ਦੀਆਂ ਅਰਜ਼ੋਈਆਂ ਸੁਣਦਾ ਹੈ, ਉਹਨਾਂ ਅਰਜ਼ੋਈਆਂ ਨੂੰ ਸੁਣ ਕੇ ਉਹਨਾਂ ਦੀ ਸੰਭਾਲ ਕਰਦਾ ਹੈ, ਉਹਨਾਂ ਦੀਆਂ ਅਰਜ਼ੋਈਆਂ ਸੁਣ ਕੇ ਉਹਨਾਂ ਨੂੰ ਸ਼ਬਦ ਦੇ ਵਿੱਚ ਮਿਲਾ ਵੀ ਦਿੰਦਾ ਹੈ। ਹੁਣ ਇਹ ਕਿਵੇਂ ਹੁੰਦਾ ਹੈ? ਜਦੋਂ ਤੁਸੀਂ ਉਸ ਪਰਮਾਤਮਾ ਦੇ ਅੱਗੇ ਕੋਈ ਅਰਦਾਸ ਕਰਦੇ ਹੋ ਕਿ ਮੈਨੂੰ ਸ਼ਬਦ ਦੇ ਵਿੱਚ ਮਿਲਾ, ਮੇਰਾ ਗੁਰੂ ਦੇ ਨਾਲ ਮਿਲਾਪ ਕਰਾ, ਤਾਂ ਤੁਸੀਂ ਆਪਣੇ ਮਨ ਨੂੰ, ਆਪਣੇ ਮਨ ਦੀਆਂ ਗਹਿਰਾਈਆਂ ਦੇ ਵਿੱਚ ਇੱਕ ਸੋਚ ਪਾ ਰਹੇ ਹੋ, ਇੱਕ ਟਾਸਕ ਦੇ ਰਹੇ ਹੋ ਆਪਣੇ ਅੰਦਰੂਨੀ ਮਨ ਨੂੰ ਕਿ ਤੂੰ ਗੁਰੂ ਨੂੰ ਲੱਭਣਾ ਹੈ। ਤੇ ਫਿਰ ਤੁਹਾਡਾ ਜੋ ਅੰਦਰੂਨੀ ਮਨ ਹੈ ਉਹ ਤੁਹਾਡੇ ਆਸ-ਪਾਸ ਵਾਪਰਦੀਆਂ ਹੋਈਆਂ ਘਟਨਾਵਾਂ ਦੇ ਉੱਤੇ ਨਜ਼ਰ ਰੱਖਦਾ ਹੈ, ਤੇ ਜਿੱਥੇ ਵੀ ਉਹ ਓਪਰਚੁਨਿਟੀ, ਉਹ ਮੌਕਾ ਹੁੰਦਾ ਹੈ ਗੁਰੂ ਨਾਲ ਮਿਲਾਪ ਦਾ, ਤਾਂ ਉਹ ਤੁਹਾਨੂੰ ਅਗਾਹ ਕਰ ਦਿੰਦਾ ਹੈ। ਪਰਮਾਤਮਾ ਦਾ ਸਿਸਟਮ ਇਹੀ ਹੈ, ਇਦਾਂ ਹੀ ਕੰਮ ਕਰਦਾ ਹੈ। ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਨਹੀਂ ਹੋਏਗਾ ਕਿ ਮੈਂ ਗੁਰੂ ਨਾਲ ਮਿਲਾਪ ਹਾਸਲ ਕਰਨਾ ਹੈ, ਉਦੋਂ ਤੱਕ ਗੁਰੂ ਤੁਹਾਡੇ ਸਾਹਮਣੇ ਵੀ ਬੈਠਾ ਹੋਏਗਾ, ਤੁਹਾਨੂੰ ਪਛਾਣ ਨਹੀਂ ਹੋਏਗੀ, ਤੁਸੀਂ ਪਛਾਣ ਨਹੀਂ ਪਾਓਗੇ। ਪਰ ਜਦੋਂ ਤੁਹਾਡੇ ਅੰਦਰੂਨੀ ਮਨ ਦੇ ਵਿੱਚ ਇਹ ਵਿਚਾਰ ਦਰਜ ਹੈ ਕਿ ਗੁਰੂ ਦੇ ਨਾਲ ਮਿਲਾਪ ਹਾਸਲ ਕਰਨਾ ਹੈ, ਤਾਂ ਗੁਰੂ ਤੁਹਾਡੇ ਸਾਹਮਣੇ ਆਏਗਾ ਤੇ ਤੁਸੀਂ ਉਹਨੂੰ ਪਛਾਣ ਕੇ ਉਹਦੇ ਨਾਲ ਸਾਂਝ ਕਾਇਮ ਕਰ ਲਓਗੇ। ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਤੇ ਉਸ ਗੁਰੂ ਦੀ ਸੇਵਾ ਕਰਕੇ ਆਪਣੇ ਆਪ ਲਈ ਵੀ ਤੇ ਗੁਰੂ ਲਈ ਵੀ ਵੱਡੀ ਵਡਿਆਈ ਹਾਸਲ ਕਰ ਸਕੋਗੇ। ਨਾਨਕ ਨਾਮ ਰਤੇ ਹਰ ਨਾਮ ਸਮਾਏ, ਹੈ ਨਾਨਕ, ਜਿਹੜੇ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਨੇ, ਉਹ ਸਦਾ ਉਹਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ। ਗੌੜੀ ਗੁਆਰ ਦੀ ਮਹਿਲਾ ਤੀਜਾ, ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਫਰਕ ਕੀ ਹੈ ਮਨਮੁਖ ਤੇ ਗੁਰਮੁਖ ਦੇ ਵਿੱਚ? ਜਿਹੜਾ ਮਨਮੁਖ ਹੈ ਉਹ ਮਾਇਆ ਦੇ ਮੋਹ ਪਿਆਰ ਦੇ ਵਿੱਚ ਲੱਗਾ ਹੋਇਆ ਹੈ, ਉਹ ਧਨ ਦੌਲਤਾਂ ਕਮਾਉਣ ਦੇ ਵਿੱਚ ਲੱਗਾ ਹੋਇਆ ਹੈ, ਤੇ ਜਿਹੜਾ ਗੁਰਮੁਖ ਹੈ ਉਹ ਜਾਗਦਾ ਹੈ, ਉਹ ਗਿਆਨ ਦੇ ਉੱਤੇ ਵਿਚਾਰ ਕਰਦਾ ਹੈ, ਉਹ ਉਸ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਹਦਾ ਧਿਆਨ ਧਨ ਦੌਲਤਾਂ ਇਕੱਠੀਆਂ ਕਰਨ ਦੇ ਵਿੱਚ ਨਹੀਂ, ਬਲਕਿ ਗਿਆਨ ਇਕੱਠਾ ਕਰਨ ਦੇ ਵਿੱਚ ਹੈ। ਸੇ ਜਨ ਜਾਗੇ ਜਿਨ ਨਾਮ ਪਿਆਰ, ਪਰ ਜਾਗਦੇ ਉਹੀ ਨੇ ਜਿਨ੍ਹਾਂ ਦਾ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਪਿਆਰ ਹੁੰਦਾ ਹੈ। ਸਹਿਜੇ ਜਾਗੈ ਸਵੈ ਨਾ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਓ। ਪਰ ਅਜਿਹੇ ਜੋ ਜਾਗਦੇ ਹੋਏ ਇਨਸਾਨ ਨੇ ਬੜੇ ਥੋੜ੍ਹੇ ਹੁੰਦੇ ਨੇ, ਬੜੇ ਥੋੜ੍ਹੇ ਇਨਸਾਨ ਨੇ ਜਿਹੜੇ ਪੂਰੇ ਗੁਰੂ ਦੇ ਲੜ ਲੱਗ ਕੇ ਉਸ ਪਰਮਾਤਮਾ ਨੂੰ ਬੁੱਝ ਲੈਂਦੇ ਨੇ। ਪੂਰੇ ਗੁਰ ਤੇ ਬੂਝਾ ਜਨ ਕੋਏ, ਤੇ ਜਦੋਂ ਉਹਨਾਂ ਨੇ ਪਰਮਾਤਮਾ ਨੂੰ ਬੁੱਝ ਲਿਆ, ਫਿਰ ਸਹਿਜੇ ਜਾਗੈ ਸਵੈ ਨਾ ਕੋਏ, ਫਿਰ ਉਹ ਸਹਿਜੇ ਹੀ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਮਾਇਆ ਵੱਲੋਂ ਸੁਚੇਤ ਹੋ ਜਾਂਦੇ ਨੇ, ਤੇ ਦੁਬਾਰਾ ਕਦੇ ਮਾਇਆ ਦੀ ਨੀਂਦੇ ਸੌਂਦੇ ਨਹੀਂ। ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ ਤੇ ਮਾਇਆ ਨਾਲ ਲੂਝੈ। ਅਸੰਤ ਤੋਂ ਭਾਵ ਵਿਕਾਰੀ, ਤੇ ਅਨਾੜੀ ਤੋਂ ਭਾਵ ਨਾ ਸਮਝ, ਅਣਜਾਣ। ਕਹਿੰਦੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਤੇ ਅਣਜਾਣ ਮਨੁੱਖ ਕਦੇ ਵੀ ਉਸ ਪਰਮਾਤਮਾ ਦੀ ਗੱਲ ਨੂੰ ਬੁੱਝਦਾ ਨਹੀਂ। ਉਹ ਗਿਆਨ ਦੀਆਂ ਗੱਲਾਂ ਤੇ ਕਰਦਾ, ਕਥਨੀ ਕਰੇ ਤੇ ਮਾਇਆ ਨਾਲ ਲੂਝੈ। ਗਿਆਨ ਦੀਆਂ ਗੱਲਾਂ ਵੀ ਕਰਦਾ, ਪਰ ਫਸਿਆ ਫਿਰ ਵੀ ਮਾਇਆ ਦੇ ਵਿੱਚ ਹੀ ਹੁੰਦਾ ਹੈ। ਅੰਧ ਅਗਿਆਨੀ ਕਦੇ ਨਾ ਸੀਝੈ, ਤੇ ਇਦਾਂ ਦਾ ਜਿਹੜਾ ਅੰਨਾ ਤੇ ਗਿਆਨਹੀਨ ਮਨੁੱਖ ਹੁੰਦਾ ਹੈ, ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦਾ। ਹੁਣ ਇੱਥੇ ਕਾਮਯਾਬੀ ਦੀ ਉਦਾਹਰਣ ਦਾ ਫਰਕ ਹੈ। ਆਮ ਜ਼ਿੰਦਗੀ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਜ਼ਿਆਦਾਤਰ ਲਾਲਚੀ ਮਨੁੱਖ ਹੀ ਕਾਮਯਾਬ ਹੁੰਦੇ ਨੇ। ਉਹ ਲਾਲਚਾਂ ਦੇ ਵਿੱਚ ਆ ਕੇ ਲੋਕਾਂ ਨੂੰ ਲੁੱਟ ਕੇ ਆਪਣੇ ਘਰ ਭਰਦੇ ਨੇ, ਮਹਿਲਾਂ ਵਰਗੇ ਘਰ ਵੀ ਬਣਾ ਲੈਂਦੇ ਨੇ, ਚੰਗੀਆਂ ਸੋਹਣੀਆਂ ਗੱਡੀਆਂ, ਚੰਗਾ ਸੋਹਣਾ ਜੀਵਨ ਬਤੀਤ ਕਰਦੇ ਨੇ, ਤੇ ਸਾਡੇ ਭਾਅ ਦਾ ਉਹ ਬੜੇ ਕਾਮਯਾਬ ਮਨੁੱਖ ਨੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਸ ਕਾਮਯਾਬੀ ਦੀ ਗੱਲ ਹੋ ਰਹੀ ਹੈ,
ਉਹ ਹੈ ਤੁਹਾਡੇ ਮਨ ਦੀ ਸ਼ਾਂਤੀ। ਜੇ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਤਾਂ ਤੁਸੀਂ ਨਾਕਾਮਯਾਬ ਇਨਸਾਨ ਹੋ। ਭਾਵੇਂ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਪੜਾਅ 'ਤੇ ਕਿਉਂ ਨਾ ਹੋਵੋ, ਭਾਵੇਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕਿਉਂ ਨਾ ਕਰ ਲਿਆ ਹੋਵੇ, ਪਰ ਜੇਕਰ ਤੁਹਾਡਾ ਮਨ ਅਸ਼ਾਂਤ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਤੁਸੀਂ ਨਾਕਾਮਯਾਬ ਹੋ। ਤੇ ਜਿਹੜਾ ਗਿਆਨਹੀਨ ਮਨੁੱਖ ਹੈ ਇਸੇ ਲਈ ਕਦੇ ਕਾਮਯਾਬ ਨਹੀਂ ਹੋ ਸਕਦਾ। ਉਹ ਆਪਣੇ ਗਿਆਨ, ਜੋ ਵੀ ਉਹਦਾ ਅਗਿਆਨਤਾ ਵਾਲਾ ਗਿਆਨ ਹੈ, ਜੋ ਵੀ ਉਹਦਾ ਦੁਨਿਆਵੀ ਗਿਆਨ ਹੈ, ਉਹਦੇ ਬਲਬੂਤੇ ਤੇ ਧਨ ਦੌਲਤ ਤਾਂ ਇਕੱਠੀ ਕਰ ਸਕਦਾ ਹੈ, ਪਰ ਮਨ ਦੀ ਸ਼ਾਂਤੀ ਹਾਸਲ ਨਹੀਂ ਕਰ ਸਕਦਾ। ਇਸੇ ਲਈ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ। ਇਸੇ ਲਈ ਗੁਰੂ ਜੀ ਨੇ ਕਿਹਾ ਕਿ ਅੰਧ ਅਗਿਆਨੀ ਕਦੇ ਨਾ ਸੀਜੈ। ਇਸ ਜਗ ਮਹਿ RAM ਨਾਮ ਨਿਸਤਾਰਾ। ਇਸ ਸੰਸਾਰ ਦੇ ਵਿੱਚ ਇਨਸਾਨ ਦਾ ਇੱਕੋ ਇੱਕ ਸਹਾਰਾ RAM ਨਾਮ ਹੈ, ਉਸ ਪਰਮਾਤਮਾ ਦਾ ਨਾਮ ਹੈ, ਜਿਹੜਾ ਤੁਹਾਨੂੰ ਸ਼ਾਂਤੀ ਪ੍ਰਦਾਨ ਕਰ ਸਕਦਾ ਹੈ। ਉਹਦੇ ਤੋਂ ਇਲਾਵਾ ਤੁਸੀਂ ਲੱਖ ਕੋਸ਼ਿਸ਼ਾਂ ਕਰ ਲਵੋ, ਲੱਖ ਪੈਸਾ ਕਮਾ ਲਵੋ, ਤੁਸੀਂ ਕਦੇ ਵੀ ਸ਼ਾਂਤੀ ਹਾਸਲ ਨਹੀਂ ਕਰ ਪਾਓਗੇ ਜਦ ਤੱਕ ਤੁਸੀਂ ਪਰਮਾਤਮਾ ਦੇ ਨਾਮ ਦੇ ਵਿੱਚ ਨਹੀਂ ਜੁੜਦੇ। ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਪਰ ਕਹਿੰਦੇ ਇਹ ਜਿਹੜੀ ਸਮਝ ਹੈ ਗੁਰੂ ਦੇ ਸ਼ਬਦਾਂ ਦੇ ਲੜ ਲੱਗ ਕੇ ਕਿਸੇ ਵਿਰਲੇ ਇਨਸਾਨ ਨੂੰ ਹੀ ਹਾਸਲ ਹੁੰਦੀ ਹੈ। ਨਹੀਂ ਤਾਂ ਬਹੁਤੇ ਇਨਸਾਨ ਦੁਨਿਆਵੀ ਕਾਮਯਾਬੀਆਂ ਦੇ ਪਿੱਛੇ ਭੱਜਦੇ ਰਹਿੰਦੇ ਨੇ, ਇਸ ਤਾਕ ਦੇ ਵਿੱਚ ਕਿ ਕਦੇ ਉਹ ਖੁਸ਼ ਹੋ ਸਕਣਗੇ। ਹਰ ਵਕਤ ਮਨੁੱਖ ਨੂੰ ਇਹੀ ਰਹਿੰਦਾ ਹੈ ਕਿ ਮੈਂ ਬਸ ਸਿਰਫ ਇੰਨਾ ਕੁ ਹੋਰ ਹਾਸਲ ਕਰ ਲਵਾਂ ਫਿਰ ਮੈਂ ਖੁਸ਼ ਹੋ ਜਾਊਂਗਾ, ਪਰ ਇਹ ਉਹਦਾ ਬਹੁਤ ਵੱਡਾ ਭੁਲੇਖਾ ਹੁੰਦਾ ਹੈ। ਜਦੋਂ ਉਹਨੂੰ ਉਹ ਓਨਾ ਕੁ ਹਾਸਿਲ ਹੋ ਜਾਂਦਾ ਹੈ ਤਾਂ ਉਹਦੀ ਜੋ ਸੋਚ ਹੈ ਥੋੜ੍ਹੀ ਹੋਰ ਅੱਗੇ ਹੋ ਜਾਂਦੀ ਹੈ ਕਿ ਨਹੀਂ, ਹੁਣ ਮੈਨੂੰ ਥੋੜ੍ਹਾ ਇੰਨਾ ਕੁ ਹੋਰ ਹਾਸਲ ਕਰ ਲਵਾਂ ਫਿਰ ਖੁਸ਼ ਹੋਵਾਂਗਾ। ਤੇ ਇਹ ਭੁਲੇਖਾ, ਇਹ ਇੰਨਾ ਅੰਨਾਪਣ ਮਨੁੱਖ ਦੇ ਜੋ ਮਨ ਦੇ ਉੱਤੇ ਹੈ ਪਰਦਾ ਪਿਆ ਹੋਇਆ ਹੈ, ਜੋ ਕਦੇ ਵੀ ਨਹੀਂ ਚੱਕਿਆ ਜਾਂਦਾ। ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪ ਤਰੈ ਸਗਲੇ ਕੁੱਲ ਉਦਾਰਾ। ਤੇ ਜਿਹੜਾ ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਲੜ ਲੱਗ ਕੇ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਇਸ ਜਗ ਮਹਿ RAM ਨਾਮ ਨਿਸਤਾਰਾ, ਉਹ ਆਪ ਤੇ ਤਰਦਾ ਹੀ ਹੈ, ਨਾਲ ਆਪਣੇ ਵੰਸ਼ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ। ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ। ਹੁਣ ਇੱਥੇ ਚੰਡਾਲ ਕੌਣ ਹੈ? ਕੁਕਰਮੀ ਮਨੁੱਖ, ਜਿਹੜਾ ਬੁਰੇ ਕਰਮ ਕਰਦਾ ਪਿਆ ਹੈ। ਕਹਿੰਦੇ ਉਹਦੇ ਘਰ ਦੇ ਵਿੱਚ ਮੰਨ ਲਓ ਕਿ ਕਲੀ ਨੇ ਜਨਮ ਲੈ ਲਿਆ ਹੈ। ਕਲੀ ਉਹ ਜੋ ਸਭ ਕੁਝ ਤਹਿਸ ਨਹਿਸ ਕਰਨ ਦੀ ਇੱਛਾ ਰੱਖਦਾ ਹੈ। ਕਹਿੰਦੇ ਅੱਜ ਦੇ ਮਨੁੱਖ ਦੀ ਸਥਿਤੀ ਕੁਝ ਇਸ ਪ੍ਰਕਾਰ ਦੀ ਹੋ ਰੱਖੀ ਹੈ ਕਿ ਇਹ ਕਹਿ ਸਕਦੇ ਹਾਂ ਕਿ ਉਹ ਕੁਕਰਮੀ ਤਾਂ ਹੈ ਹੀ ਹੈ, ਉਹਦੇ ਘਰ ਦੇ ਵਿੱਚ ਭਾਵ ਉਹਦੇ ਹਿਰਦੇ ਦੇ ਵਿੱਚ ਕਲਯੁਗ ਵੀ ਆ ਵਸਿਆ ਹੈ। ਤੇ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ। ਇਸ ਕਲਯੁਗ ਦੇ ਵਿੱਚ ਕੋਈ ਕਰਮ ਨਹੀਂ, ਕੋਈ ਧਰਮ ਨਹੀਂ, ਬਸ ਹੈ ਤਾਂ ਸਿਰਫ ਤੇ ਸਿਰਫ ਮਾਇਆ। ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਬਿਨਾ ਮੁਕਤੀ ਹਾਸਲ ਨਹੀਂ ਹੁੰਦੀ। ਇਹ ਮੁਕਤੀ ਕਿਹਦੇ ਤੋਂ ਪਾਉਣੀ ਹੈ? ਵਿਕਾਰਾਂ ਤੋਂ, ਮਨ ਦੀਆਂ ਅਸ਼ਾਂਤੀਆਂ ਤੋਂ, ਜਿਹੜੀ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਾਸਲ ਨਹੀਂ ਹੋ ਸਕਦੀ। ਅਸੀਂ ਭਾਵੇਂ ਲੱਖ ਦੁਨਿਆਵੀ ਕੋਸ਼ਿਸ਼ਾਂ ਕਰੀ ਜਾਈਏ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 160ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਬੜੀਆਂ ਹੀ ਵਧੀਆ ਗੱਲਾਂ ਅੱਜ ਦੀ ਬਾਣੀ ਦੇ ਵਿੱਚ ਸਾਨੂੰ ਸਿੱਖਣ ਨੂੰ ਮਿਲੀਆਂ ਨੇ, ਤੇ ਸਭ ਤੋਂ ਵੱਡੀ ਤੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਉਣ ਵਾਲੀ ਗੱਲ ਇਹੀ ਹੈ ਕਿ ਇਸ ਜਗ ਮਹਿ RAM ਨਾਮ ਨਿਸਤਾਰਾ, ਕਿ ਇਸ ਸੰਸਾਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੀ ਸਾਡਾ ਇੱਕੋ ਇੱਕ ਸੱਚਾ ਸਹਾਰਾ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਲਾਗੂ ਕਰੋਗੇ। ਪ੍ਰਮਾਤਮਾ ਦੇ ਨਾਮ ਦੇ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਣੀ ਸਾਂਝ ਹੋਰ ਗੂੜੀ ਕਰੋਗੇ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਸ਼ੇਅਰ ਕਰ ਦਿਓ, ਤਾਂ ਕਿ ਹੋਰ ਲੋਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਗੁਰੂ ਦੀ ਇਲਾਹੀ ਬਾਣੀ ਦੇ ਨਾਲ ਜੁੜ ਸਕਣ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।